ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲੈਨੀ। ਨਮਸਕਾਰ ਗੁਰਦੇਵ ਕੋ, ਸਤਨਾਮ ਜਿਸ ਮੰਤਰ ਸੁਣਾਇਆ। ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਸੰਸਾਰ ਇਹੋ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਬਾਇਆ। ਸੰਸਾਰ ਇਹੋ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਬਾਇਆ। ਜਮ ਦੰਡ ਸਿਰੋਂ ਨਾ ਉਤਰੈ, ਸਾਕਤ ਦੁਰਜਨ ਜਨਮ ਗਵਾਇਆ। ਚਰਨ ਗਹੇ ਗੁਰਦੇਵ ਦੇ, ਸਤ ਸ਼ਬਦ ਦੇ ਮੁਕਤ ਕਰਾਇਆ। ਭਾਉ ਭਗਤ ਗੁਰਪੁਰਬ ਕਰ, ਨਾਮ ਦਾਨ ਇਸਨਾਨ ਦ੍ਰਿੜਾਇਆ। ਜਿਹਾ ਬੀਓ ਤਿਹਾ ਫਲ ਪਾਇਆ, ਜਿਹਾ ਬੀਓ ਤਿਹਾ ਫਲ ਪਾਇਆ। ਸਿਮਰੰ ਸੋਈ ਪੁਰਖ ਅਚਲ ਅਬਿਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ। ਸਤਿਗੁਰ ਚਰਨ ਕਵਲ ਰਿਦ ਧਾਰੰ, ਗੁਰ ਅਰਜਨ ਗੁਣ ਸਹਿਜ ਵਿਚਾਰੰ। ਗੁਰ ਰਾਮਦਾਸ ਘਰ ਕੀਓ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ। ਭਗਤ ਜੋਗ ਕਉ ਜੈਤਵਾਰ, ਹਰ ਜਨਕ ਉਪਾਇਓ। ਸ਼ਬਦ ਗੁਰੂ ਪ੍ਰਕਾਸਿਓ, ਹਰ ਰਸਨ ਬਸਾਇਓ। ਗੁਰ ਨਾਨਕ ਅੰਗਦ ਅਮਰ ਲਾਗ, ਉੱਤਮ ਪਦ ਪਾਇਓ। ਗੁਰ ਅਰਜਨ ਘਰ ਗੁਰ ਰਾਮਦਾਸ, ਭਗਤ ਉਤਰ ਆਇਓ। ਗਰੀਬ ਨਵਾਜ ਪਤਿਤ ਪਾਵਨ, ਭਗਤ ਵਸ਼ਲ ਕਿਰਪਾ ਦੇ ਖਜ਼ਾਨੇ। ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਹਫ਼ਤਾ ਬਤੀਤ ਹੋਇਆ ਹੈ, ਇਸ ਹਫ਼ਤੇ ਦੌਰਾਨ ਕੱਲ੍ਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ। ਵੀਰਵਾਰ ਵਾਲੇ ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ। ਇਸ ਹਫ਼ਤੇ 'ਚ ਭਗਤ ਧੰਨਾ ਜੀ ਦਾ ਵੀ ਜਨਮ ਦਿਹਾੜਾ ਲੰਘਿਆ। ਸਤਿਗੁਰਾਂ ਦੀ ਤੇ ਗੁਰੂ ਕੇ ਪਿਆਰਿਆਂ ਦੀ, ਭਗਤਾਂ ਦੀ, ਸੰਤਾਂ ਦੀ ਮਹਿਮਾ ਬਹੁਤ ਮਹਾਨ ਹੈ।
ਸਤਿਗੁਰੂ ਜੀ ਤੁਰਿਆਤੀਤ ਅਵਸਥਾ ਵਿੱਚ ਵਿਚਰੇ ਹਨ ਦਸਾਂ ਸਰੂਪਾਂ 'ਚ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਬਾਰੇ ਭੱਟ ਕੱਲ੍ਹ ਜੀ, ਜਿਨ੍ਹਾਂ ਦਾ ਮੈਂ ਸਵਈਆ ਹੁਣੇ ਹੀ ਪੜ੍ਹਿਆ, ਭਈ ਤੈਂ ਜਨਮਤ ਗੁਰਮਤ ਬ੍ਰਹਮ ਪਛਾਣ। ਵਿਦਵਾਨਾਂ ਦੇ ਬਚਨ ਹਨ ਕਿ ਹੋਣਹਾਰ ਬਿਰਵਾ ਕੇ ਹੋਤ ਚਿਕਨੇ ਪਾਤ। ਜੋ ਮਹਾਨਤਾ ਵਾਲੇ ਹਨ ਉਹਨਾਂ ਦੇ ਲੱਛਣ ਬਚਪਨ ਵਿੱਚ ਹੀ ਦੂਜਿਆਂ ਨਾਲੋਂ ਨਿਰਾਲੇ ਨਿਆਰੇ ਹੋਇਆ ਕਰਦੇ ਨੇ। ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ। ਅਵਸਥਾ ਉਮਰ ਭਾਵੇਂ ਛੋਟੀ ਹੋਵੇ, ਸਾਰਿਆਂ ਦੀ ਇੱਕੋ ਜਿਹੀ, ਪਰ ਇੱਕੋ ਜਿਹੇ ਹਾਣੀ ਬੱਚੇ ਇੱਕੋ ਜਿਹੀ ਅੰਦਰਲੀ ਅਵਸਥਾ ਵਾਲੇ ਨਹੀਂ ਹੁੰਦੇ। ਤੁਸੀਂ ਆਪ ਚੰਗੀ ਤਰ੍ਹਾਂ ਸਮਾਜ ਵਿੱਚੋਂ ਵੇਖ ਸਕਦੇ ਹੋ। ਕੋਈ ਬੱਚਾ ਚੰਚਲ ਹੁੰਦਾ, ਕੋਈ ਭਲਾ ਮਾਨਸ ਜਿਹਾ ਹੁੰਦਾ, ਕੋਈ ਕਿਸੇ ਤਰ੍ਹਾਂ ਦਾ, ਕੋਈ ਕਿਸੇ ਤਰ੍ਹਾਂ ਦਾ। ਕਿਸੇ ਦੀ ਬੁੱਧੀ ਅਕਲ ਕਿਸੇ ਪਾਸੇ ਨੂੰ, ਕਿਸੇ ਦੀ ਕਿਸੇ ਪਾਸੇ ਨੂੰ, ਕਿਸੇ ਦੀ ਕਿਸੇ ਪਾਸੇ ਨੂੰ। ਇਤਿਆਦਿਕ ਇਹ ਤਾਂ ਸਤਿਗੁਰਾਂ ਦੀ ਬਾਤ ਹੈ। ਜਿਹੜੇ ਸੰਤ ਭਗਤ ਵੀ ਸਾਡੇ ਪੰਥ ਵਿੱਚ ਹੋਏ ਨੇ, ਜਿਵੇਂ ਭਾਈ ਵੀਰ ਸਿੰਘ ਜੀ, ਸੰਤ ਅਤਰ ਸਿੰਘ ਸਾਹਿਬ, ਇਸ ਤਰ੍ਹਾਂ ਦੇ ਜਿਹੜੇ ਮਹਾਤਮਾ ਹੋਏ ਨੇ, ਉਹ ਜਨਮ ਤੋਂ ਹੀ ਉਹਨਾਂ ਦੀਆਂ ਰੂਹਾਂ ਉਹ ਵਿਲੱਖਣ ਹੀ ਸਨ। ਭਾਈ ਨੰਦ ਲਾਲ ਜੀ ਵਰਗੇ ਜਨਮ ਤੋਂ ਹੀ, ਛੋਟੀ ਉਮਰ ਤੋਂ ਹੀ ਉਹਨਾਂ ਵਿੱਚ ਖਾਸੀਅਤ ਸੀ, ਵਿਸ਼ੇਸ਼ ਗੁਣ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਗ੍ਰਹਿ ਵਿਖੇ ਪਹਿਲਾਂ 2 ਸਪੁੱਤਰ ਹੋ ਚੁੱਕੇ ਸਨ। ਵੱਡੇ ਬਾਬਾ ਪਿਰਥੀ ਚੰਦ ਜੀ, ਦੂਸਰੇ ਮਹਾਦੇਵ ਜੀ, ਔਰ ਇਹ ਤੀਸਰੀ ਸੰਤਾਨ ਪ੍ਰਗਟ ਹੋਈ। ਇੱਕ ਇਹ ਵੀ ਮੈਂ ਬੇਨਤੀ ਕਰਦਿਆਂ, ਸਾਰੇ ਮਾਂ ਦੇ ਗਰਭ ਵਿੱਚ ਦੀ ਸੰਸਾਰ 'ਤੇ ਆਉਂਦੇ ਨੇ, ਪਰ ਸਾਰਿਆਂ ਦੇ ਆਉਣ ਵਿੱਚ ਵੀ ਫਰਕ ਹੈ। ਇਹ ਪੁਰਾਤਨ ਸਮੇਂ ਦੇ ਗ੍ਰੰਥਾਂ 'ਚ ਵੀ ਲਿਖਿਆ ਅਤੇ ਬੜੇ ਉੱਚ ਕੋਟੀ ਦੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦਾਨਿਆਂ ਵੀ ਇਹੀ ਬਚਨ ਦੱਸਿਆ ਵੀ ਜਿਵੇਂ ਆਮ ਸੰਸਾਰੀ ਜੀਵ ਮਾਂ ਦੇ ਪੇਟ ਵਿੱਚ 9-10 ਮਹੀਨੇ ਪੁੱਠੇ ਲਟਕਦੇ ਨੇ, ਰੂਹਾਂ ਤੰਗੀ ਕੱਟਦੀਆਂ ਨੇ, ਇਹ ਆਮ ਸੰਸਾਰੀ ਜੀਵ ਹੁੰਦੇ ਨੇ। ਜਿਹੜੇ ਸੰਤ ਬ੍ਰਹਮ ਗਿਆਨੀ ਅਵਤਾਰੀ ਪੁਰਸ਼ ਨੇ, ਉਹਨਾਂ ਦੀ ਰੂਹ ਨੂੰ ਮਾਂ ਦੇ ਗਰਭ ਵਿੱਚ ਪ੍ਰਵੇਸ਼ ਨਹੀਂ ਕਰਨਾ ਪੈਂਦਾ। ਇਹ ਪ੍ਰਮਾਤਮਾ ਦੀ ਕਲਾ ਹੈ। ਅਤੇ ਮਾਂ ਦੇ ਗਰਭ ਵਿੱਚ ਸਰੀਰ ਬਣਦਾ, ਸਰੀਰ ਉਹਨਾਂ ਦਾ ਵੀ ਮਾਤਾ ਦੇ ਪੇਟ ਵਿੱਚ ਬਣਦਾ, ਨਿਮਣਾ ਹੋ ਕੇ, ਅਤੇ ਸਾਰਾ ਸਰੀਰ ਦੀ ਬਣਤਰ ਬਣ ਜਾਂਦੀ ਹੈ। ਜਦੋਂ ਸਰੀਰ ਦੀ ਪੈਦਾਇਸ਼ ਹੁੰਦੀ ਹੈ, ਉਹਨਾਂ ਮਹਾਂਪੁਰਸ਼ਾਂ ਦੀ ਰੂਹ ਉਸ ਵੇਲੇ ਪ੍ਰਵੇਸ਼ ਕਰਦੀ ਹੈ। ਭਾਵ ਉਹਨਾਂ ਨੂੰ ਇਹ ਮਾਂ ਦੇ ਗਰਭ ਦੀ ਤੰਗੀ ਨਹੀਂ ਕੱਟਣੀ ਪੈਂਦੀ। ਔਰ ਜਨਮ ਜਿਸ ਵੇਲੇ ਹੋ ਜਾਂਦਾ, ਉਦੋਂ ਉਹ ਆਤਮਾ ਵਿੱਚ ਪ੍ਰਵੇਸ਼ ਕਰਦੀ ਹੈ। ਤੁਸੀਂ ਕਹੋਗੇ ਵੀ ਇਹ ਕਿਵੇਂ ਹੋ ਸਕਦਾ? ਭਈ ਆਤਮਾ ਸਰੀਰ ਵਿੱਚ ਨਾ ਹੋਏ ਅਤੇ ਸਰੀਰ ਵੱਧਦਾ ਫੁੱਲਦਾ, ਸਵਾਸ ਚੱਲਦੇ ਹੋਣ, ਐਸਾ ਪ੍ਰਗਟ ਰੂਪ ਵਿੱਚ ਵੀ ਹੋਇਆ। ਕੁਝ ਮਹਾਤਮਾ ਸਾਡੀ ਕੌਮ 'ਚ ਇਹੋ ਜਿਹੇ ਹੋਏ ਨੇ, ਇਕਨਾਂ ਦੇ ਤਾਂ ਮੈਂ ਵੀ ਦਰਸ਼ਨ ਕੀਤੇ ਨੇ। ਉਹ ਇੱਕ ਪਾਸੇ ਬਿਰਾਜੇ ਹੋਏ ਸਨ ਅਤੇ ਇੱਕ ਪਾਸੇ ਹੋਰ ਸਰੂਪ ਉਸੇ ਤਰ੍ਹਾਂ ਦਾ ਸਰੀਰ ਧਾਰ ਕੇ ਹੋਰ ਕਿਤੇ ਵੀ ਦਰਸ਼ਨ ਦੇ ਰਹੇ ਸੀ, ਕੋਈ ਕਾਰਜ ਕਰ ਰਹੇ ਸੀ। ਬਹੁਤ ਕੁਝ ਐਸਾ ਹੈ। ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਇੱਕ ਪਾਸੇ ਰਾਮਪੁਰ ਖੇੜੇ ਸਨ ਅਤੇ ਇੱਕ ਪਾਸੇ ਇੰਗਲੈਂਡ ਇੱਕ ਪਾਰਕ ਵਿੱਚ ਜਾ ਕੇ ਬੈਠੇ ਹੋਏ ਸੀ। ਇਹ ਸਬੂਤ ਹੈ ਇਸ ਗੱਲ ਦਾ, ਤੁਸੀਂ ਉਹਨਾਂ ਦੇ ਜੀਵਨ 'ਚੋਂ ਪੜ੍ਹ ਸਕਦੇ ਹੋ। ਪੁੱਛਿਆ ਸੀ ਕਿ ਇਹ ਕੀ ਖੇਡ ਆ? ਕਹਿਣ ਲੱਗੇ ਜਿਵੇਂ ਬਿਜਲੀ ਦਾ ਇੱਕ ਤਾਰ ਜੇ ਕਰੰਟ ਜਿਹਾ ਪਹੁੰਚਦਾ ਨਾ ਦੂਰ ਤੱਕ, ਇਸ ਤਰ੍ਹਾਂ ਸਰੀਰ ਨਾਲ ਵੀ ਥੋੜ੍ਹਾ ਜਿਹਾ ਸੰਬੰਧ ਬਣਿਆ ਰਹਿੰਦਾ। ਸਵਾਸ ਉਸ ਤਰ੍ਹਾਂ ਚੱਲਦੇ ਦਿਸਦੇ ਨੇ, ਪਰ ਇੰਨੀ ਸ਼ਕਤੀ ਆ ਜਾਂਦੀ ਕਿ ਕੁਝ ਸਮੇਂ ਅਨੇਕਾਂ ਸਰੂਪ ਧਾਰ ਸਕੀਦੇ ਨੇ, ਅਨੇਕਾਂ ਥਾਵਾਂ 'ਤੇ ਵਿਚਰ ਸਕੀਦਾ। ਇਹ ਪੁਰਾਤਨ ਗ੍ਰੰਥਾਂ 'ਚ ਵੀ ਲਿਖਿਆ ਹੋਇਆ ਅਤੇ ਬੰਦਗੀ ਵਾਲੇ ਗੁਰਮੁਖ ਪਿਆਰੇ ਐਸਾ ਕਰ ਲੈਂਦੇ ਨੇ। ਸੁਰਹੁ ਵਿਚਾਰ ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਹੋਇਆ ਸ੍ਰੀ ਗੋਇੰਦਵਾਲ ਸਾਹਿਬ, ਧੰਨ ਗੁਰੂ ਰਾਮਦਾਸ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਆਪ ਜੀ ਦਾ ਵਜੂਦ ਸਾਹਮਣੇ ਪ੍ਰਗਟ ਹੋਇਆ। ਇਹ ਦਿਨ ਸੀ 15 ਅਪ੍ਰੈਲ 1563 ਸੰਨ ਈਸਵੀ, ਅਤੇ ਵਿਸਾਖ ਮਹੀਨੇ ਦੀ ਵਦੀ ਸੀ 7ਵੀਂ, ਅਤੇ 1620 ਬਿਕਰਮੀ ਸੰਮਤ ਸੀ ਜਦੋਂ ਆਪ ਜੀ ਪ੍ਰਗਟ ਹੋਏ। ਔਰ ਬਚਪਨ ਵਿੱਚ ਆਪ ਜੀ ਬਹੁਤ ਗਹਿਰ ਗੰਭੀਰ ਰਿਹਾ ਕਰਦੇ ਸਨ। ਆਪ ਜੀ ਦਾ ਬਚਪਨਾ ਗੋਇੰਦਵਾਲ ਸਾਹਿਬ ਬਤੀਤ ਹੋਇਆ। ਇੱਕ ਦਿਨ ਸਤਿਗੁਰੂ ਅਮਰਦਾਸ ਆਪ ਜੀ ਦੇ ਨਾਨਾ ਜੀ ਪਲੰਘ 'ਤੇ ਬਿਰਾਜੇ ਹੋਏ ਸਨ, ਉੱਪਰ ਚਾਦਰਾ ਲਿਆ ਹੋਇਆ ਸੀ, ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਾ ਕੇ ਉਹਨਾਂ ਦੇ ਪਲੰਘ ਦੇ ਪਾਵੇ ਨੂੰ ਹੱਥ ਪਾਇਆ ਅਤੇ ਜ਼ੋਰ ਨਾਲ ਹਿਲਾਇਆ। ਤਾਂ ਉਹਨਾਂ ਨੇ ਜਿਹੜੇ ਬਚਨ ਕੀਤੇ ਭਈ ਇਹ ਕਿਹੜਾ ਪੁਰਖ ਹੈ ਭਾਰੀ,
ਜਿਨ ਮੰਜੀ ਹਲਾਈ ਸਾਡੀ ਸਾਰੀ। ਉਸ ਸਮੇਂ ਦੇ ਲਿਖੇ ਗ੍ਰੰਥ ਮਹਿਮਾ ਪ੍ਰਕਾਸ਼ ਵਾਰਤਕ ਤੇ ਮਹਿਮਾ ਪ੍ਰਕਾਸ਼ ਕਾਵਿ ਵਿੱਚ ਲਿਖਿਆ। ਇਹ ਉਸ ਗ੍ਰੰਥ ਵਿੱਚ ਬਚਨ ਲਿਖੇ ਹੋਏ ਨੇ। ਸਰੂਪ ਦਾਸ ਭੱਲਾ ਦਾ ਲਿਖਿਆ ਹੋਇਆ ਉਹ ਗ੍ਰੰਥ ਹੈ, ਉਹਦੇ ਵਿੱਚ ਇਹ ਬਚਨ ਲਿਖੇ ਹੋਏ ਨੇ। ਤੇ ਉਸ ਵੇਲੇ ਬੀਬੀ ਭਾਨੀ ਜੀ ਆ ਰਹੇ ਸੀ, ਕਹਿਣ ਲੱਗੇ ਸੁੱਖ ਨਾਲ ਦੋਹਤਾ ਜੇ ਦੋਹਤਾ ਤਾਂ ਹਜੂਰ ਉੱਠ ਬੈਠੇ ਗੁਰੂ ਅਮਰਦਾਸ ਮਹਾਰਾਜ। ਤਾਂ ਆਪ ਜੀ ਨੂੰ ਚੁੱਕ ਲਿਆ। ਆਪ ਜੀ ਦਾ ਸਰੀਰ ਗਰਵਾ ਸੀ, ਭਾਰਾ ਸੀ। ਕਹਿਣ ਲੱਗੇ ਭਾਰੀ ਪੁਰਖ ਪ੍ਰਗਟ ਹੋਇਆ। ਦੋਇ ਥਾ ਬਾਣੀ ਕਾ ਬੋਹਿ ਥਾ। ਇਹ ਸਾਡਾ ਦੋਹਤਰਾ ਬਾਣੀ ਦਾ ਜਹਾਜ਼ ਹੈ, ਬਹੁਤ ਜ਼ਿਆਦੀ ਬਾਣੀ ਰਚਣਗੇ। ਔਰ ਫਿਰ ਇੱਕ ਵਾਰੀ ਇਸੇ ਤਰ੍ਹਾਂ ਰਿੜਦੇ ਹੋਏ ਆਏ ਤੇ ਆਪ ਜੀ ਦੇ ਸਰੀਰ ਦਾ ਕੱਦ ਛੋਟਾ ਸੀ, ਪਲੰਘ ਉੱਚਾ ਸੀ, ਪਾਵੇ ਨਾਲ ਚੰਬੜ ਕੇ ਉੱਪਰ ਚੜ੍ਹਨ ਦਾ ਯਤਨ ਕਰ ਰਹੇ ਸਨ। ਤਾਂ ਗੁਰੂ ਅਮਰਦਾਸ ਮਹਾਰਾਜ ਵੇਖ ਕੇ ਕਹਿਣ ਲੱਗੇ, ਓਏ ਦੋਹਤਰਾ ਜੀ, ਇਸ ਪਲੰਘ ਤੇ ਬੈਠਣ ਦੀ ਜੇ ਤੁਹਾਡੇ ਪਿਤਾ ਦੀ ਵਾਰੀ ਆ, ਉਦੋਂ ਬਾਅਦ ਤੁਹਾਡੀ ਵਾਰੀ ਹੈ, ਤੁਸੀਂ ਕਾਹਲੇ ਨਾ ਪਾਓ। ਜਾਨੀ ਐਸੇ ਬਚਨ ਭਵਿੱਖ ਬਾਰੇ ਪਹਿਲਾਂ ਹੀ ਗੁਰੂ ਅਮਰਦਾਸ ਮਹਾਰਾਜ ਨੇ ਕਰ ਦਿੱਤੇ ਸਨ। ਸਮਾਂ ਆਇਆ, ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਿਆਈ ਦੀ ਦਾਤ ਪ੍ਰਾਪਤ ਹੋਈ। ਸਤਿਗੁਰੂ ਅਮਰਦਾਸ ਮਹਾਰਾਜ ਦੀ ਆਗਿਆ ਨਾਲ ਆਪ ਜੀ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਚੱਕ ਰਾਮਦਾਸ ਨਗਰ ਜਿਹੜਾ ਵਸਾਇਆ, ਅੰਮ੍ਰਿਤਸਰ ਸਾਹਿਬ ਜਿਸ ਨੂੰ ਅਸੀਂ ਕਹਿੰਦੇ ਹਾਂ, ਇੱਥੇ 52 ਕਿੱਤਿਆਂ ਵਾਲੇ ਲੋਕ ਲਿਆ ਕੇ ਗੁਰੂ ਰਾਮਦਾਸ ਜੀ ਨੇ ਵਸਾਏ। ਵੱਖਰੇ ਵੱਖਰੇ ਬਾਜ਼ਾਰ ਹੁਣ ਵੀ ਅੰਮ੍ਰਿਤਸਰ ਸਾਹਿਬ ਬਣੇ ਹੋਏ ਨੇ। ਇਹ ਫਲਾਨਾ ਬਾਜ਼ਾਰ ਹੈ, ਫਲਾਨਾ ਬਾਜ਼ਾਰ, ਫਲਾਨਾ ਬਾਜ਼ਾਰ। ਇਸ ਤਰ੍ਹਾਂ ਕੁੱਲ 52 ਕਿੱਤੇ ਵੱਖਰੇ ਵੱਖਰੇ ਜੋ ਹਨ, ਉਹਨਾਂ ਦੇ ਵਿੱਚ ਲਿਆ ਕੇ ਬਾਜ਼ਾਰ ਵਸਾਏ। ਲੋਕਾਂ ਨੂੰ ਭਾਰੀ ਰੌਣਕ ਇਸ ਸ਼ਹਿਰ ਨੂੰ ਦਿੱਤੀ ਗੁਰੂ ਰਾਮਦਾਸ ਜੀ ਨੇ। ਜਿਹੜਾ ਅੰਮ੍ਰਿਤਸਰ ਸਰੋਵਰ ਹੈ, ਇਹ ਕੁਝ ਖੁਦਵਾਈ ਗੁਰੂ ਰਾਮਦਾਸ ਨੇ ਕਰਵਾਈ ਸੀ। ਫਿਰ ਬਾਅਦ ਵਿੱਚ ਮੀਂਹਾਂ ਬਾਰਿਸ਼ਾਂ ਦੇ ਨਾਲ ਕੱਚਾ ਸਰੋਵਰ ਸੀ, ਕੁਝ ਪੂਰਿਆ ਗਿਆ ਸੀ। ਫਿਰ ਗੁਰੂ ਅਰਜਨ ਦੇਵ ਮਹਾਰਾਜ ਦਾ ਜਦੋਂ ਸਮਾਂ ਆਇਆ, ਆਪ ਜੀ ਨੂੰ ਗੁਰਿਆਈ ਪ੍ਰਾਪਤ ਜਿਸ ਵੇਲੇ ਹੋਈ, ਖੇਡ ਇਹ ਵਾਪਰੀ ਕਿ ਗੁਰੂ ਰਾਮਦਾਸ ਮਹਾਰਾਜ ਦੇ ਤਾਇਆ ਜੀ ਦੇ ਪੁੱਤ ਭਰਾ ਭਾਈ ਸਹਾਰੀ ਮੱਲ, ਉਹ ਲਾਹੌਰ ਤੋਂ ਆਏ ਚੱਲ ਕੇ। ਉਹਨਾਂ ਬੇਨਤੀ ਕੀਤੀ, ਜੀ ਤੁਹਾਡੇ ਭਤੀਜੇ ਦਾ ਵਿਆਹ ਹੈ, ਯਾਨੀ ਭਾਈ ਸਹਾਰੀ ਮੱਲ ਦੇ ਪੁੱਤਰ ਦੀ ਸ਼ਾਦੀ ਸੀ। ਤੇ ਮਹਾਰਾਜ ਅਜਿਹੇ ਸਮੇਂ ਤੇ ਆਪ ਜੈਸੇ ਸੰਬੰਧੀਆਂ ਦੇ ਆਉਣ ਕਰਕੇ ਸੋਭਾ ਪਾਉਂਦੇ ਨੇ। ਜਿੱਥੇ ਹੋਰਨਾਂ ਨੇ ਆਉਣਾ ਉੱਥੇ ਆਪ ਜੀ ਵੀ ਲਾਹੌਰ ਚਰਨ ਪਾਓ। ਤਾਂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਭਰਾਤਾ ਜੀ, ਸਾਡੇ ਆਉਣ ਵਿੱਚ ਕੁਝ ਅਸਮੰਜਸ ਹੈ। ਤੁਹਾਨੂੰ ਅਖਿਆਈ ਹੋਵੇਗੀ, ਤੁਹਾਡੇ ਕੁੜਮਾਂ ਨੂੰ ਵੀ ਅਖਿਆਈ ਹੋਵੇਗੀ, ਕਿਉਂਕਿ ਜੇ ਅਸੀਂ ਗਏ ਤੇ ਸਾਡੇ ਨਾਲ ਸੰਗਤਾਂ ਬਹੁਤ ਜਾਣਗੀਆਂ, ਪ੍ਰਬੰਧ ਕਰਨ ਵਿੱਚ ਮੁਸ਼ਕਲ ਆਵੇਗੀ। ਔਰ ਦੂਸਰਾ, ਜੇ ਅਸੀਂ ਚਲੇ ਗਏ ਤੇ ਦੂਰੋਂ ਦਰਾਡਿਓਂ ਸੰਗਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਦੀਆਂ ਕਾਬਲ ਕੰਧਾਰ, ਧੰਨੀ, ਪੋਠੋਹਾਰ, ਚੜ੍ਹਦੇ ਲਹਿੰਦੇ, ਦੱਖਣ ਪਹਾੜ ਸਭ ਪਾਸਿਓਂ ਤੋਂ ਆਉਂਦੀਆਂ ਨੇ ਇੱਥੇ ਅੰਮ੍ਰਿਤਸਰ ਸਾਹਿਬ। ਅਸੀਂ ਮਿਲੇ ਨਾ ਤੇ ਸੰਗਤਾਂ ਨਿਰਾਸ਼ ਹੋ ਕੇ ਮੁੜਨਗੀਆਂ। ਇਸ ਕਰਕੇ ਅਸੀਂ ਆਪਣੇ ਇੱਕ ਸਾਹਿਬਜ਼ਾਦੇ ਨੂੰ ਭੇਜ ਦਿੰਦੇ ਹਾਂ। ਕਹਿਣ ਲੱਗੇ, ਮਹਾਰਾਜ ਜਿਵੇਂ ਤੁਹਾਡੀ ਰਜ਼ਾ, ਮੈਨੂੰ ਉਸੇ ਤਰ੍ਹਾਂ ਮਨਜ਼ੂਰ ਆ। ਪਹਿਲਾਂ ਆਪਣੇ ਵੱਡੇ ਸੁਪੁੱਤਰ ਬਾਬਾ ਮਹਾਦੇਵ ਨੂੰ ਕਿਹਾ ਕਿ ਤੂੰ ਬੇਟਾ ਜਾ। ਪ੍ਰਿਥੀ ਚੰਦ ਨੂੰ ਕਿਹਾ ਤਾਂ ਪ੍ਰਿਥੀ ਚੰਦ ਨੇ ਜਵਾਬ ਦੇ ਦਿੱਤਾ, ਕਹਿਣ ਲੱਗਾ ਸਾਰਾ ਪ੍ਰਬੰਧ ਮੈਂ ਸੰਭਾਲਦਾ। ਕਈ ਵਾਰੀ ਅਸੀਂ ਮੂਹਰੇ ਫਿਰਦੇ ਬੰਦੇ ਨੂੰ ਵੇਖ ਲੈਂਦੇ ਹਾਂ ਵੀ ਇਹ ਸੇਵਾ ਬੜੀ ਕਰਦਾ, ਇਹ ਕੰਮ ਬੜਾ ਕਰਦਾ, ਪਰ ਅੰਦਰਲੀ ਭਾਵਨਾ ਅਸੀਂ ਨਹੀਂ ਜਾਣਦੇ, ਸਤਿਗੁਰੂ ਜਾਣਦੇ ਹੁੰਦੇ ਨੇ। ਭਾਵਨਾ ਤੇ ਬਹੁਤ ਵੱਡੀ ਗੱਲ ਨਿਰਭਰ ਹੈ। ਜਿਹੜਾ ਦੁਨਿਆਵੀ ਕਾਰਜ ਹੈ, ਬਾਹਰੀ ਤੌਰ ਤੇ ਅਸੀਂ ਕੋਈ ਕੰਮ ਕਰਦੇ ਹਾਂ, ਕੰਸਟਰਕਸ਼ਨ ਦਾ ਕੰਮ ਹੈ ਜਾਂ ਕੋਈ ਜੌਬ, ਕੁਰਸੀ ਤੇ ਬਹਿਣ ਦੀ ਜੌਬ, ਕੋਈ ਵੀ 8 ਘੰਟੇ ਇੱਕੋ ਜੌਬ 4-10 ਬੰਦੇ ਕਰਨ, ਇੱਕੋ ਜਿਹੀ ਤਨਖਾਹ ਮਿਲੇਗੀ, ਇੱਕੋ ਜਿਹਾ ਰੋਜ਼ੀਨਾ ਮਿਲੇਗਾ। ਪਰ ਜੋ ਸੇਵਾ ਸਿਮਰਨ ਦੀ ਕਮਾਈ ਹੈ, ਇਹਦੇ ਵਿੱਚ ਫਲ ਇੱਕੋ ਜਿਹਾ ਨਹੀਂ ਹੈ, ਕਿਉਂਕਿ ਸਭਨਾਂ ਦੀਆਂ ਕਾਮਨਾਵਾਂ ਵੱਖਰੀਆਂ, ਸਭਨਾਂ ਦੀਆਂ ਭਾਵਨਾਵਾਂ ਵੱਖਰੀਆਂ, ਮਨ ਦੀ ਅਵਸਥਾ ਵੱਖਰੀ ਹੈ। ਇਸ ਕਰਕੇ ਜੇ 10 ਬੰਦੇ ਇੱਕੋ ਜਿਹਾ ਨਿਤਨੇਮ ਕਰਨ, ਇੱਕੋ ਜਿਹਾ ਫਲ ਨਹੀਂ ਹੋਵੇਗਾ। ਇੱਕੋ ਜਿਹੇ ਘੰਟੇ ਸੇਵਾ ਕਰਨ ਲੰਗਰ ਵਿੱਚ, ਇੱਕੋ ਜਿਹਾ ਫਲ ਨਹੀਂ ਹੋਏਗਾ। ਇਹ ਜਿਹੜਾ ਪਰਮਾਰਥ ਦਾ ਕਾਰਜ ਹੈ, ਇਹਦੇ ਵਿੱਚ ਅੰਦਰ ਦੀ ਭਾਵਨਾ ਤੇ ਅੰਦਰਲੀ ਅਵਸਥਾ ਤੇ ਜ਼ਰੂਰ ਨਿਰਭਰ ਕਰਦਾ। ਹੁਣ ਪ੍ਰਿਥੀ ਚੰਦ ਪ੍ਰਬੰਧ ਬੜਾ ਸੰਭਾਲਦਾ ਸੀ, ਪਰ ਅੰਦਰ ਖੋਟ ਸੀ ਕਿ ਜੇ ਮੈਂ ਚਲਿਆ ਗਿਆ ਲਾਹੌਰ ਨੂੰ ਤੇ ਅਰਜਨ ਦੇਵ ਜੀ ਨਾਲ ਗੁਰੂ ਰਾਮਦਾਸ ਜੀ ਮੁਹੱਬਤ ਬੜੀ ਕਰਦੇ ਨੇ, ਉਹ ਆਗਿਆਕਾਰ ਬੜੇ ਹਨ, ਬਿਲਕੁਲ ਨੇੜੇ ਆ ਜਾਣਗੇ, ਪ੍ਰਬੰਧ ਸਾਰਾ ਸੰਭਾਲ ਲੈਣਗੇ ਤੇ ਫਿਰ ਗੁਰਿਆਈ ਨਹੀਂ ਮੈਨੂੰ ਮਿਲੇਗੀ। ਉਹ ਗੁਰਿਆਈ ਨੂੰ, ਗੁਰਤਾ ਗੱਦੀ ਨੂੰ ਦੁਨਿਆਵੀ ਵਸਤੂ, ਐਸ਼ ਵਰਜ ਦੀ ਵਸਤੂ ਸਮਝਦਾ ਸੀ, ਮੱਥੇ ਮੁੱਥੇ ਟਿਕਾਉਣ ਤੱਕ ਸੀਮਤ। ਇਹ ਉਹਦੇ ਅੰਦਰ ਖੋਟ ਸੀ। ਬਾਅਦ ਸਮਾਂ ਪਾ ਕੇ ਖੋਟ ਉਹਦੀ ਪ੍ਰਗਟ ਵੀ ਹੋਈ। ਜੋ ਕੁਛ ਉਹਨੇ ਕੀਤਾ ਗੁਰੂ ਅਰਜਨ ਦੇਵ ਜੀ ਨਾਲ
ਵੈਰ ਕਮਾਇਆ ਬਹੁਤ ਵੱਡਾ। ਖੈਰ ਉਹ ਮੰਨਿਆ ਨਹੀਂ, ਕਹਿਣ ਲੱਗਾ ਜੀ ਮੈਂ ਨਹੀਂ ਜਾ ਸਕਦਾ, ਪ੍ਰਬੰਧ ਕੌਣ ਸੰਭਾਲੇਗਾ। ਹਜ਼ੂਰ ਕਹਿਣ ਲੱਗੇ ਸਿੱਖਾਂ ਨੂੰ ਵੱਖੋ ਵੱਖ ਡਿਊਟੀਆਂ ਵੰਡ ਦਿਆਂਗੇ, ਪਰ ਤੂੰ ਸਿਆਣਾ ਤੂੰ ਜਾ। ਮੰਨਿਆ ਨਹੀਂ, ਆਗਿਆ ਨਹੀਂ ਮੰਨੀ। ਇੱਕ ਗੁਰੂ ਗ੍ਰੰਥ ਸਾਹਿਬ ਦਾ ਬਚਨ, ਆਗਿਆ ਸਮ ਨਹੀਂ ਸਾਹਿਬ ਸੇਵਾ, ਹੁਕਮ ਮੰਨਣ ਦੇ ਬਰਾਬਰ ਸਾਹਿਬ ਦੀ ਹੋਰ ਕੋਈ ਸੇਵਾ ਹੀ ਨਹੀਂ। ਜਿਵੇਂ ਕਈ ਸਿੱਖਾਂ ਦੇ ਘਰ ਜੰਮੇ ਵੀਰ ਇਹ ਗੱਲ ਕਹਿੰਦੇ ਨੇ ਵੀ ਮਨ ਦਾ ਸੁਧਾਰਨਾ ਜ਼ਰੂਰੀ ਆ, ਅੰਮ੍ਰਿਤ ਛਕਣਾ, ਨਸ਼ੇ ਤਿਆਗਣੇ, ਕੇਸ ਦਾੜਾ ਰੱਖਣਾ ਜ਼ਰੂਰੀ ਨਹੀਂ, ਤੇ ਬਾਹਰਲੀ ਰਹਿਤ। ਪਰ ਇਹ ਖਿਆਲ ਕਰੋ ਇਹ ਆਗਿਆ ਕਿਸ ਦੀ ਹੈ? ਆਗਿਆ ਸਤਿਗੁਰਾਂ ਦੀ ਹੈ। ਔਰ ਇਹ ਵੀ ਮੈਂ ਬੇਨਤੀ ਕਰਦਿਆਂ ਮਤ ਸਮਝੋ ਵੀ 10ਵੇਂ ਪਾਤਸ਼ਾਹ ਨੇ ਕੇਵਲ ਕਿਹਾ ਵੀ 5 ਕਕਾਰਾਂ ਦੇ ਧਾਰਨੀ ਬਣ ਕੇ ਰਹੋ, ਕੇਸ ਨਾ ਕਟਾਓ, ਨਸ਼ੇ ਤਿਆਗੋ। ਇਹ ਪਹਿਲੇ ਜਾਮੇ ਤੋਂ ਉਪਦੇਸ਼ ਦਿੱਤਾ। ਪੰਜ ਕਕਾਰ ਤੇ ਪੱਕੇ ਤੌਰ ਤੇ 10ਵੇਂ ਪਾਤਸ਼ਾਹ ਨੇ ਪਵਾਏ, 4 ਕਕਾਰ ਬਾਹਰੋਂ, 5ਵੇਂ ਕੇਸ। ਪਰ ਕੇਸਾਂ ਦੀ ਮਹਾਨਤਾ ਪਹਿਲੇ ਜਾਮੇ ਤੋਂ ਪ੍ਰਗਟ ਕਰਦੇ ਆ ਰਹੇ ਸਤਿਗੁਰੂ, ਜਿਹੜੇ ਹਜ਼ੂਰ ਦੀ ਚਰਨ ਪੌੜ ਲੈਂਦੇ ਸਨ। ਸਿੱਖੋ ਕੇਸ ਦਾੜਾ ਨਹੀਂ ਸੀ ਕਟਾਉਂਦੇ। ਸੇਵਕ ਸ਼ਰਧਾਲੂ ਮੁਸਲਮਾਨ ਹਿੰਦੂ ਜਿਹੜਾ ਮਰਜ਼ੀ ਆਵੇ, ਉਪਦੇਸ਼ ਸੁਣੇ, ਲੰਗਰ ਛਕੇ, ਸੇਵਾ ਕਰੇ, ਕਿਸੇ ਨੂੰ ਪਾਬੰਦੀ ਨਹੀਂ, ਮਨਾਹੀ ਨਹੀਂ। ਪਰ ਜਿਨ੍ਹੇ ਗੁਰੂ ਦਾ ਸਿੱਖ ਬਣਨਾ, ਪੌੜ ਲੈਣੀ, ਚਰਨ ਪੌੜ, ਉਹਨੂੰ ਹਦਾਇਤ ਸੀ ਕਿ ਕੇਸਾਂ ਦਾੜੇ ਦੀ ਬੇਅਦਬੀ ਨਹੀਂ ਕਰਨੀ। ਇਸ ਗੱਲ ਦਾ ਇੱਕ ਬਹੁਤ ਵੱਡਾ ਪ੍ਰਮਾਣ ਸਬੂਤ ਮਿਲਦਾ। 7ਵੇਂ ਪਾਤਸ਼ਾਹ ਦੇ ਕੋਲ ਇੱਕ ਭਾਈ ਨੰਦ ਲਾਲ ਪੁਰੀ ਨਾਂ ਦਾ ਵਿਅਕਤੀ ਆਇਆ। ਉਹਨੇ ਬੇਨਤੀ ਕੀਤੀ, ਜੀ ਮਹਾਰਾਜ ਮੇਰੇ ਘਰ ਅੱਗੇ ਔਲਾਦ ਨਹੀਂ, ਪੋਤਰਾ ਹੈ ਨਹੀਂ, ਬੰਸ ਰੁਕ ਗਈ ਆ, ਤੁਸੀਂ ਬਖਸ਼ਿਸ਼ ਕਰੋ ਤੇ ਬੰਸ ਅੱਗੇ ਚੱਲ ਪਏ, ਔਲਾਦ ਹੋਵੇ। ਤਾਂ ਸਤਿਗੁਰੂ ਹਰਿ ਰਾਏ ਸਾਹਿਬ ਨੇ 3 ਬਚਨ ਕੀਤੇ ਸਨ ਕਿ ਕਦੇ ਵੀ ਤੁਹਾਡੀ ਬੰਸ ਦੇ ਕਿਸੇ ਵਿਅਕਤੀ ਨੇ ਸਿਰ ਤੇ ਟੋਪੀ ਨਹੀਂ ਪਹਿਰਨੀ। ਦੂਸਰਾ ਬਚਨ ਸੀ ਕਿ ਕੇਸਾਂ ਨੂੰ ਨਹੀਂ ਕਟਾਉਣਾ ਕਦੇ ਵੀ। ਤੀਸਰਾ ਬਚਨ ਸੀ ਜਗਤ ਝੂਠ ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਇਹ 7ਵੇਂ ਪਾਤਸ਼ਾਹ ਦੇ ਬਚਨ ਇਤਿਹਾਸ ਵਿੱਚ ਲਿਖੇ ਹੋਏ ਨੇ। ਤੇ ਫਿਰ ਜੰਮਿਆ ਸੀ ਜਿਹਨੂੰ ਕਿਹਾ ਜਾਂਦਾ ਵੀਰ ਹਕੀਕਤ ਰਾਏ, ਜਿਹਦੀ ਬਟਾਲਾ ਸ਼ਹਿਰ ਵਿੱਚ ਸਮਾਧ ਬਣੀ ਹੋਈ ਹੈ, ਉਹਨੂੰ ਸ਼ਹੀਦ ਕੀਤਾ ਗਿਆ ਸੀ। ਇਹਦਾ ਨਾਨਾ ਸੀ, ਉਹ ਦਾਦਾ ਸੀ ਨੰਦ ਲਾਲ ਪੁਰੀ, ਇਹ ਉਹਦਾ ਪੋਤਰਾ ਸੀ ਵੀਰ ਹਕੀਕਤ ਰਾਏ, ਜਿਹਦਾ 7ਵੇਂ ਪਾਤਸ਼ਾਹ ਦੇ ਬਚਨਾਂ ਨਾਲ ਜਨਮ ਹੋਇਆ। ਉਹਨਾਂ ਦੀ ਬੰਸ ਵਿੱਚ ਕਿਸੇ ਨੇ ਕਦੇ ਕੇਸ ਨਹੀਂ ਕਟਾਏ, ਟੋਪੀ ਨਹੀਂ ਪਹਿਨੀ ਤੇ ਤੰਬਾਕੂ ਦੀ ਵਰਤੋਂ ਨਹੀਂ ਕੀਤੀ। ਕਿਹਾ ਸੀ ਜਦੋਂ ਤੱਕ ਇਹ ਬਚਨਾਂ ਦੀ ਪਾਲਣਾ ਕਰੋਗੇ ਬੰਸ ਚੱਲਦੀ ਰਹੇਗੀ, ਜੇ ਅਵੱਗਿਆ ਕੀਤੀ ਤੇ ਬੰਸ ਫਿਰ ਰੁਕ ਜਾਏਗੀ। ਇਹ 7ਵੇਂ ਪਾਤਸ਼ਾਹ ਦੀ ਏਡੀ ਵੱਡੀ ਹਦਾਇਤ ਸੀ। ਹੋਰ ਵੀ ਬੜੇ ਬਚਨ ਨੇ, ਮੇਰੇ ਕੋਲ ਇੰਨਾ ਸਮਾਂ ਨਹੀਂ। ਪਰ ਕਹਿਣ ਤੋਂ ਮੁਰਾਦ ਕਿ ਇਉਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਗਿਆ ਮੰਨੀ ਸੀ। ਬਿਰਥੀ ਚੰਦ ਪ੍ਰਬੰਧ ਬੜਾ ਕਰਦਾ ਸੀ, ਸਾਰਾ ਲੰਗਰ ਦਾ, ਆਈਆਂ ਗਈਆਂ ਸੰਗਤਾਂ ਦੇ ਸਰੋਪੇ ਦੇਣੇ, ਉਹਨਾਂ ਕੋਲੋਂ ਕਾਰ ਭੇਟਾ ਲੈਣੀ, ਰਿਹਾਇਸ਼ ਦਾ ਪ੍ਰਬੰਧ ਕਰਨਾ, ਕੰਮ ਬੜਾ। ਪਰ ਨੀਅਤ ਵਿੱਚ ਖੋਟ ਸੀ, ਆਗਿਆ ਵੀ ਨਹੀਂ ਮੰਨੀ। ਮਹਾਦੇਵ ਕਹਿਣ ਲੱਗਾ, ਜੀ ਮੇਰਾ ਸੁੱਧਾ ਸੁਭਾਅ, ਮੇਰਾ ਤੇ ਜਾਣ ਪਛਾਣ ਹੀ ਕਿਸੇ ਨਾਲ ਕੋਈ ਨਹੀਂ, ਤੇ ਮੇਰਾ ਨਹੀਂ ਚਿੱਤ ਕਰਦਾ ਵਿਆਹਾਂ ਸ਼ਾਦੀਆਂ ਜਾਣ ਨੂੰ। ਜਵਾਬ ਉਹਨੇ ਵੀ ਦੇਤਾ ਸੀ, ਪਰ ਇਸ ਢੰਗ ਨਾਲ। ਬਿਰਥੀ ਚੰਦ ਦੇ ਅੰਦਰ ਖੋਟ ਸੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਹਾ, ਉਸੇ ਵੇਲੇ ਤਿਆਰ ਹੋ ਪਏ। ਤੇ ਇਹ ਵੀ ਇਤਿਹਾਸ 'ਚ ਬਚਨ ਲਿਖਿਆ ਕਿ ਮਹਾਰਾਜ ਜਿੱਥੇ ਜਾਣ ਵਿੱਚ ਜਿੰਦ ਜੋਖੋਂ 'ਚ ਪੈਂਦੀ ਹੋਵੇ, ਜਿੰਦ ਮਰਨ ਦਾ ਯਾਨੀ ਖਤਰਾ ਹੋਵੇ, ਜਿੱਥੇ ਮੌਤ ਵੀ ਆ ਜਾਣ ਦਾ ਡਰ ਹੋਵੇ, ਦਾਸ ਉੱਥੇ ਵੀ ਜਾਏਗਾ। ਤੁਹਾਡੇ ਹੁਕਮ ਦੀ ਪਾਲਣਾ ਕਰਨੀ ਸਾਡਾ ਧਰਮ ਹੈ। ਪਿਤਾ ਦੀ ਮਾਤਾ ਦੀ ਆਗਿਆ ਮੰਨਣੀ, ਸਤਿਕਾਰ ਕਰਨਾ, ਸੇਵਾ ਕਰਨੀ ਹਰ ਬੱਚੇ ਦਾ ਇਹ ਧਰਮ ਹੈ। ਧਰਮ ਘਰ ਚੋਂ ਸ਼ੁਰੂ ਹੁੰਦਾ। ਅਗਰ ਮਾਂ ਪਿਓ ਦੀ ਸੇਵਾ ਨਾ ਕਰੀਏ, ਆਗਿਆ ਨਾ ਮੰਨੀਏ, ਇੱਜ਼ਤ ਨਾ ਕਰੀਏ, ਤੇ ਹੋਰ ਲੰਗਰ ਲਾਉਣ ਦਾ ਕੋਈ ਫਾਇਦਾ ਨਹੀਂ, ਹੋਰ ਦਾਨ ਕਰਨ ਦਾ ਕੋਈ ਫਾਇਦਾ ਨਹੀਂ, ਹੋਰ ਤਪੱਸਿਆ ਕਰਨ ਦਾ ਕੋਈ ਫਾਇਦਾ ਨਹੀਂ। ਇਹ ਭਾਈ ਗੁਰਦਾਸ ਨੇ ਲਿਖਿਆ ਹੋਇਆ। ਮਾਂ ਪਿਓ ਪਰਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਮਾਂ ਪਿਓ ਪਰਹਰ ਨਾਵਣਾ, 68 ਤੀਰਥ ਘੁੰਮਣ ਵਾਣੀ। ਭਾਵੇਂ 68 ਤੀਰਥਾਂ ਦੇ ਇਸ਼ਨਾਨ ਕਰ ਲਓ, ਜੰਮਣ ਮਰਨ ਦੀ ਘੁੰਮਣ ਘੇਰੀ 'ਚ ਪਾਓਗੇ, ਕੋਈ ਫਾਇਦਾ ਨਹੀਂ ਹੋਣਾ। ਭਾਈ ਗੁਰਦਾਸ ਜੀ ਕਹਿ ਰਹੇ, ਮਾਂ ਪਿਓ ਪਰਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਮਾਂ ਪਿਓ ਪਰਹਰ ਕਰੈ ਤਪ, ਵਣਖੰਡ ਭੂਲਾ ਫਿਰੈ ਬੇਬਾਣੀ। ਮਾਂ ਪਿਓ ਪਰਹਰ ਕਰੈ ਦਾਨ, ਬੇਈਮਾਨ ਅਗਿਆਨ ਪੁਰਾਣੀ। ਰੱਬ ਦੀ ਦਰਗਾਹ ਵਿੱਚ ਬੇਈਮਾਨਾਂ ਦੀ ਲਿਸਟ ਵਿੱਚ ਉਹ ਬੰਦਾ ਲਿਖਿਆ ਜਾਏਗਾ ਜਿੰਨਾ ਮਰਜ਼ੀ ਦਾਨ ਕਰ ਲੈ। ਜਿਹੜਾ ਮਾਂ ਪਿਓ ਦਾ ਨਹੀਂ ਬਣਿਆ, ਹੋਰ ਕਿਸੇ ਦਾ ਸਕਾ ਕਿਵੇਂ ਬਣ ਸਕਦਾ? ਉਹ ਰੱਬ ਦਾ ਯਾਰ ਕਿਵੇਂ ਬਣ ਸਕਦਾ? ਇਹ ਭਾਈ ਗੁਰਦਾਸ ਜੀ ਕਹਿ ਰਹੇ। ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ, ਸਤਿਗੁਰੂ ਅਮਰਦਾਸ ਮਹਾਰਾਜ ਦੇ ਭਤੀਜਾ ਜੀ, ਸ੍ਰੀ ਗੁਰੂ ਰਾਮਦਾਸ ਦੇ ਸਾਲਾ ਸਾਹਿਬ, ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਭਾਈ ਗੁਰਦਾਸ ਜੀ, ਜਿਨ੍ਹਾਂ ਤੋਂ ਬਾਣੀ ਲਿਖਵਾਈ, ਉਹ ਕਹਿ ਰਹੇ ਨੇ। ਇਸ ਪ੍ਰਕਾਰ ਕਹਿਣ ਤੋਂ ਮੁਰਾਦ ਹੈ
ਕਿ ਮਾਤਾ ਪਿਤਾ ਦੀ ਆਗਿਆ ਮੰਨਣੀ, ਸਤਿਕਾਰ ਕਰਨਾ ਤੇ ਸੇਵਾ ਕਰਨੀ, ਇਹ ਧਰਮ ਨਿਭਾਇਆ ਗੁਰੂ ਅਰਜਨ ਦੇਵ ਜੀ ਨੇ। ਭਾਵੇਂ ਇੱਕ ਮਿੰਟ ਸਕਿੰਟ ਵੀ ਵਿਛੜਨਾ ਨਹੀਂ ਸੀ ਚਾਹੁੰਦੇ, ਪਰ ਆਗਿਆ ਦਾ ਪਾਲਣ ਵੀ ਜ਼ਰੂਰੀ ਸੀ। ਦਸਮ ਪਾਤਸ਼ਾਹ ਆਪ ਲਿਖਦੇ ਨੇ ਕਿ ਅਸੀਂ ਸੰਸਾਰ ਤੇ ਆਉਣਾ ਨਹੀਂ ਸੀ ਚਾਹੁੰਦੇ, ਪਰ ਪਿਤਾ ਪੁੱਤਰ ਦਾ ਸੰਬੰਧ ਹੈ ਅਕਾਲ ਪੁਰਖ ਨਾਲ। ਉਹਨੇ ਹੁਕਮ ਕੀਤਾ, ਸਾਨੂੰ ਸਮਝਾਇਆ ਕਿ ਜਾਣਾ ਹੀ ਪਏਗਾ, ਤੁਹਾਡੇ ਜਾਣ ਤੋਂ ਬਗੈਰ ਸਰਨਾ ਨਹੀਂ, ਤਾਂ ਸਾਨੂੰ ਆਉਣਾ ਪਿਆ। ਸਾਡਾ ਆਉਣ ਨੂੰ ਚਿੱਤ ਨਹੀਂ ਸੀ ਕਰਦਾ। ਮਾਤ ਲੋਕ ਨਾਲ ਸਾਡਾ ਕੀ ਸੰਬੰਧ? ਇੱਕ ਸਾਡਾ ਜੀਆਂ ਦਾ ਜਨਮ ਹੋਇਆ ਬੰਧਨਾਂ ਕਰਕੇ। ਸਾਡੇ ਪਿਛਲੇ ਜਨਮਾਂ ਦੇ ਸੰਬੰਧ ਹਨ ਜੀਆਂ ਨਾਲ, ਤੇ ਉਹਨਾਂ ਦੇ ਘਰ ਸਾਡਾ ਜਨਮ ਹੁੰਦਾ ਹੈ। ਕਰਮਾਂ ਦਾ ਬੰਧਨ ਹੈ ਤੇ ਵਾਸ਼ਨਾਵਾਂ ਦਾ ਬੰਧਨ ਹੈ। ਇੱਕ ਉਹ ਅਵਤਾਰੀ ਪੁਰਸ਼ ਨੇ ਜਿਨ੍ਹਾਂ ਨੂੰ ਆਉਣ ਦੀ ਲੋੜ ਕੋਈ ਨਹੀਂ ਹੈ, ਪਰ ਉਹ ਸੰਸਾਰ ਦੇ ਭਲੇ ਵਾਸਤੇ ਆਉਂਦੇ ਨੇ। ਜਨਮ ਮਰਨ ਦੁਹ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਆਗਿਆ ਮੰਨਣ। ਇਸੇ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਤਾਇਆ ਜੀ ਨਾਲ ਤਿਆਰ ਹੋ ਪਏ, ਭਾਈ ਸਹਾਰੀ ਮਲ ਦੇ ਨਾਲ। ਮਾਤਾ ਭਾਨੀ ਜੀ ਕੋਲੋਂ ਤੁਰਨ ਲੱਗਿਆਂ ਆਸ਼ੀਰਵਾਦ ਲਈ ਤੇ ਲਾਹੌਰ ਨੂੰ ਰਵਾਨਾ ਹੋਏ। ਤੁਰਨ ਲੱਗਿਆਂ ਸ੍ਰੀ ਗੁਰੂ ਰਾਮਦਾਸ ਨੇ ਕਿਹਾ ਕਿ ਸਾਡਾ ਜਿਹੜਾ ਜਨਮ ਸਥਾਨ ਹੈ ਚੂਨਾ ਮੰਡੀ, ਉੱਥੇ ਧਰਮਸ਼ਾਲਾ ਬਣਾਉਣੀ, ਲੰਗਰ ਚਲਾਉਣਾ ਤੇ ਆਈਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਦ੍ਰਿੜ ਕਰਾਉਣਾ। ਜਦੋਂ ਤੱਕ ਅਸੀਂ ਸੱਦਦੇ ਨਹੀਂ, ਤੁਸੀਂ ਆਉਣਾ ਨਹੀਂ। ਔਰ ਕੁਝ ਮਹੀਨੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਆਹ ਤੋਂ ਬਾਅਦ ਉੱਥੇ ਰਹੇ। ਫਿਰ ਆਖਰ ਚਿੱਠੀਆਂ ਲਿਖ ਕੇ ਭੇਜੀਆਂ 3, ਔਰ 2 ਚਿੱਠੀਆਂ ਪ੍ਰਿਥੀ ਚੰਦ ਨੇ ਲੁਕਾ ਲਈਆਂ ਸੀ। ਫਿਰ ਤੀਜੀ ਚਿੱਠੀ ਆਗਿਆ ਕੀਤੀ ਸੀ ਕਿ ਪਿਤਾ ਗੁਰੂ ਰਾਮਦਾਸ ਦੇ ਹੱਥ ਫੜਾਉਣੀ। ਫਿਰ ਉਹ ਸਿੱਖ ਨੇ ਗੁਰੂ ਰਾਮਦਾਸ ਨੂੰ ਫੜਾਈ, ਚਿੱਠੀ ਪੜ੍ਹੀ, ਤੀਜਾ ਅੰਕ ਵੇਖਿਆ। ਫਿਰ ਪ੍ਰਿਥੀ ਚੰਦ ਦੀ ਖੋਟ ਨੰਗੀ ਹੋਈ। ਫਿਰ ਬਾਬਾ ਬੁੱਢਾ ਜੀ ਨੂੰ ਭੇਜਿਆ ਗੁਰੂ ਰਾਮਦਾਸ ਜੀ ਨੇ, ਸਾਹਿਬਜ਼ਾਦਾ ਜੀ ਬਹੁਤ ਵਿਆਕੁਲ ਹੋ ਰਹੇ ਨੇ, ਉਹਨਾਂ ਨੂੰ ਲੈ ਕੇ ਆਓ। ਤਾਂ ਫਿਰ ਲੈ ਕੇ ਆਏ। ਜਿਹੜਾ ਹਜ਼ਾਰੇ ਦੇ ਸ਼ਬਦਾਂ 'ਚ ਸ਼ਬਦ ਆਉਂਦਾ, ਮੇਰਾ ਮਨ ਲੋਚਾ ਗੁਰਦਰਸ਼ਨ ਤਾਈਂ, ਇਹ 4 ਚਿੱਠੀਆਂ ਹਨ। 3 ਚਿੱਠੀਆਂ ਪਹਿਲਾਂ ਆ ਗਈਆਂ, ਚੌਥਾ ਜਿਹੜਾ ਬੰਦ ਹੈ ਸ਼ਬਦ ਦਾ, ਇਹ ਆਣ ਕੇ ਪੂਰਾ ਕੀਤਾ। ਭਾਗ ਹੋਆ ਗੁਰ ਸੰਤ ਮਿਲਾਇਆ ਆਦਿਕ। ਇਉਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਦੀ ਆਗਿਆ ਦਾ ਪਾਲਣ ਕੀਤਾ ਤੇ ਉਹਨਾਂ ਨੂੰ ਭਾਗ ਹੈ। ਅਵਸਥਾ ਐਸੀ ਸੀ, ਧੁਰੋਂ ਹੀ ਆਏ ਸਨ ਗੁਰਿਆਈ ਕਰਨ ਵਾਸਤੇ, ਤੇ ਆਪ ਜੀ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਗੁਰਿਆਈ ਦਾ ਤਖਤ ਬਖਸ਼ਿਆ। ਆਪ ਜੀ ਦਾ ਆਨੰਦ ਕਾਰਜ ਮਊ ਪਿੰਡ ਆ ਦੁਆਬੇ 'ਚ, ਉੱਥੇ ਕ੍ਰਿਸ਼ਨ ਚੰਦ ਦੀ ਸਪੁੱਤਰੀ ਗੰਗਾ ਜੀ ਨਾਲ ਹੋਇਆ। ਔਰ ਕਾਫੀ ਸਮਾਂ ਆਪਦੇ ਗ੍ਰਹਿ ਵਿਖੇ ਸੰਤਾਨ ਨਹੀਂ ਹੋਈ। ਫਿਰ ਮਾਤਾ ਗੰਗਾ ਜੀ ਦੀ ਪ੍ਰਬਲ ਇੱਛਾ ਹੋਣ ਕਰਕੇ ਉਹਨਾਂ ਨੂੰ ਬਾਬਾ ਬੁੱਢਾ ਜੀ ਕੋਲ ਭੇਜਿਆ। ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਗਟ ਹੋਏ, ਔਰ ਆਪ ਜੀ ਕੁਝ ਸਮਾਂ ਵਡਾਲੀ ਨਗਰ ਰਹੇ। ਫਿਰ ਵਾਪਸ ਅੰਮ੍ਰਿਤਸਰ ਸਾਹਿਬ ਆਏ। ਔਰ ਖੈਰ ਇਤਿਹਾਸ ਦਾ ਸਾਰਾ ਲੰਬਾ, ਮੈਂ ਸੰਖੇਪ 'ਚ ਅਰਜ਼ ਕਰ ਰਿਹਾ। ਫਿਰ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਵਿਚਾਰਿਆ ਕਿ ਕੁਝ ਲੋਕ ਬਾਣੀ ਵਿੱਚ ਰਲਾ ਪਾਉਣ ਦਾ ਯਤਨ ਕਰ ਰਹੇ ਨੇ, ਆਉਣ ਵਾਲੇ ਸਮੇਂ 'ਚ ਵੀ ਯਤਨ ਕਰਨਗੇ। ਇਸ ਕਰਕੇ ਜਿਹੜੀ ਸਤਿਗੁਰਾਂ ਦੀ ਮੁੱਖ ਵਾਕ ਬਾਣੀ ਹੈ, ਤੇ ਜਿਹੜੀ ਭਗਤਾਂ ਦੀ ਬਾਣੀ ਸੰਕਲਪ ਕੀਤੀ ਹੈ ਸਤਿਗੁਰਾਂ ਨੇ ਇਕੱਤਰ ਕਰਕੇ ਰੱਖੀ ਸਾਂਭ ਕੇ, ਉਹ ਇੱਕ ਗ੍ਰੰਥ ਦੇ ਰੂਪ ਵਿੱਚ ਬਾਣੀ ਲਿਖੀ ਜਾਏ। ਤਾਂ ਰਾਮਸਰ ਸਾਹਿਬ ਸਰੋਵਰ ਦੇ ਕੰਢੇ ਤੇ ਤੰਬੂ ਲਗਵਾ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਤਿਆਰ ਕਰਾਇਆ। ਉਦੋਂ ਨਾਵੇਂ ਪਾਤਸ਼ਾਹ ਦੀ ਬਾਣੀ ਵਿੱਚ ਨਹੀਂ, ਜਿਹੜਾ ਸਰੂਪ ਅੱਜ ਕੱਲ੍ਹ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿੱਚ ਹੈ, ਇਹ ਸਰੂਪ ਉਦੋਂ ਤਾੜੀ ਦੇ ਬਿਰਛ ਦੇ ਪੱਤਿਆਂ ਦੁਆਰਾ, ਤਾੜੀ ਦੇ ਬਿਰਛ ਦੀ ਛਿੱਲ ਦੁਆਰਾ ਕਾਗਜ਼ ਬਣਦਾ ਸੀ। ਤਕਰੀਬਨ 1.5 ਕੁਆਂਟਲ ਵਜਨ ਹੈ ਉਹ ਸਰੂਪ ਦਾ, ਜਿਹੜਾ ਕਰਤਾਰਪੁਰ ਸਾਹਿਬ ਹੈ 4-5 ਸਿੰਘ ਪ੍ਰਕਾਸ਼ ਕਰ ਸਕਦੇ ਨੇ। ਉਸ ਦੇ ਉੱਤੇ ਉਹਨਾਂ ਪੱਤਰਿਆਂ ਤੇ ਭਾਈ ਗੁਰਦਾਸ ਜੀ ਕੋਲੋਂ ਸੋਨਾ ਪਾ ਪਾ ਕੇ ਸਿਆਹੀ ਬਣਾ ਕੇ ਉਹ ਸਰੂਪ ਲਿਖਵਾਇਆ ਸੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ। ਹਰਿਮੰਦਰ ਸਾਹਿਬ ਦੀ ਤਿਆਰੀ ਹੋ ਗਈ ਸੀ, ਔਰ ਇਹ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਹਰਿਮੰਦਰ ਸਾਹਿਬ ਸਾਰਾ ਬਣਵਾਇਆ ਆਪਣੀ ਦੇਖ ਰੇਖ ਵਿੱਚ। ਇਹ ਮਾਨੋ ਮਾਤ ਲੋਕ ਤੇ ਸੱਚਖੰਡ ਦਾ ਨਕਸ਼ਾ ਪ੍ਰਗਟ ਕੀਤਾ। ਫਿਰ ਜਿਲਦ ਬਣਵਾ ਕੇ ਲਿਆਏ ਸਿੱਖ ਲਾਹੌਰ ਤੋਂ। ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਬਾਣੀ ਦਾ ਸਤਿਕਾਰ ਕਰਨ ਲਈ ਆਪ ਅੱਗੋਂ ਦੀ ਚੱਲ ਕੇ ਗਏ। ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ, ਉਸੇ ਤਰ੍ਹਾਂ ਪਾਲਕੀ ਲੈ ਕੇ ਸੰਗਤਾਂ ਜਾਂਦੀਆਂ ਹਨ, ਤੇ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਸਰੂਪ ਸੁਭਾਇਮਾਨ ਕਰਕੇ ਨਗਰ ਕੀਰਤਨ ਦੇ ਰੂਪ ਵਿੱਚ ਹਰਿਮੰਦਰ ਸਾਹਿਬ ਆਉਂਦੀਆਂ ਲੈ ਕੇ। ਇਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਵੇਲੇ ਤੋਂ ਸ਼ੁਰੂਆਤ ਹੋਈ ਹੈ। ਹਜ਼ੂਰ ਗਏ ਲਾ ਕੇ ਪਾਲਕੀ, ਤੇ ਇਹ ਗ੍ਰੰਥ ਸਾਹਿਬ ਨੂੰ ਮਹਾਰਾਜ ਸਾਹਿਬ ਨੂੰ ਵਿੱਚ ਕੀਤਾ ਸੁਭਾਇਮਾਨ ਪਾਲਕੀ ਦੇ, ਤੇ ਆਪ ਚੌਰ ਕਰਦੇ ਹੋਏ ਨੰਗੇ ਪੈਰੀਂ ਸਿੱਖਾਂ ਤੋਂ ਕੀਰਤਨ ਕਰਵਾਇਆ।
ਤੇ ਇੱਥੇ ਪਹੁੰਚੇ ਸੱਚੇ ਪਾਤਸ਼ਾਹ ਜੀ ਹਰਿਮੰਦਰ ਸਾਹਿਬ। ਪੋਥੀਆਂ ਵੀ ਪਹਿਲਾਂ ਗੋਇੰਦਵਾਲ ਸਾਹਿਬ ਤੋਂ ਆਪ ਜੀ ਨੰਗੇ ਚਰਨੀ ਜਾ ਕੇ ਲੈ ਕੇ ਆਏ ਸਨ। ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ ਜਦੋਂ, ਸਭ ਵਿੱਚੋਂ ਸ਼੍ਰੋਮਣੀ ਸਿੱਖ ਬਾਬਾ ਬੁੱਢਾ ਜੀ, ਉਹਨਾਂ ਤਾਂ ਆਗਿਆ ਕੀਤੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ, ਲੈ ਆਵਾਜ਼ ਬੁੱਢਾ ਮੁਖ ਬੋਲਾ, ਭਾਈ ਬੁੱਢੇ ਗ੍ਰੰਥ ਕੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਉਂ ਹਰਿਮੰਦਰ ਸਾਹਿਬ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਵਾਇਆ। ਆਪ ਨੀਵੀਂ ਥਾਂ ਤੇ ਬੈਠਦੇ ਰਹੇ, ਜਿੱਥੇ ਅਕਾਲ ਤਖਤ ਸਾਹਿਬ ਕੋਠਾ ਸਾਹਿਬ ਹੈ, ਇੱਥੇ ਪਹਿਰ ਰਾਤ ਗਈ ਨਾਲ ਸੁਖਾਸਣ ਕਰਨਾ ਸੀ। ਇੱਥੇ ਗੁਰੂ ਅਰਜਨ ਦੇਵ ਦਾ ਪਲੰਘ ਹੁੰਦਾ ਸੀ। ਹਜੂਰ ਨੂੰ ਪੁੱਛਿਆ ਕਿ ਪੋਥੀ ਸਾਹਿਬ ਦਾ ਉਤਾਰਾ ਕਿੱਥੇ ਕਰਨਾ ਰਾਤ ਦੇ ਸਮੇਂ, ਤਾਂ ਹਜੂਰ ਨੇ ਕਿਹਾ ਸੀ ਪਲੰਘ ਸਾਫ਼ ਕਰਕੇ ਨਵੀਂ ਵਿਛਾਈ ਵਿਛਾਓ। ਤਾਂ ਉਸ ਨਵੀਂ ਵਿਛਾਈ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਕੀਤਾ ਗਿਆ। ਫਿਰ ਸਿੱਖਾਂ ਨੇ ਪੁੱਛਿਆ ਮਹਾਰਾਜ ਤੁਸੀਂ ਕਿੱਥੇ ਬਿਰਾਜੋਗੇ, ਤਾਂ ਹਜੂਰ ਕਹਿਣ ਲੱਗੇ ਇਸ ਪਲੰਘ ਦੇ ਥੱਲੇ ਚਾਦਰ ਵਿਛਾਓ, ਅਸੀਂ ਭੂਮ ਆਸਣ ਕਰਾਂਗੇ। ਕਹਿੰਦੇ ਮਹਾਰਾਜ ਤੁਸੀਂ ਬਾਣੀ ਦਾ ਐਡਾ ਸਤਿਕਾਰ ਕਿਉਂ ਕਰਦੇ, ਤੁਹਾਡੀ ਆਪਣੀ ਰਚੀ ਬਾਣੀ ਹੈ। ਤਾਂ ਹਜੂਰ ਨੇ ਕਿਹਾ ਅਸੀਂ ਸਤਿਗੁਰ ਕੇਰ ਸਰੀਰ ਹੈ ਜੋ, ਸਭ ਥਾਨ ਸਮੈ ਸਭ ਨਾ ਦਰਸੈ ਹੈ। ਜਿਹੜੇ ਸਤਿਗੁਰਾਂ ਦੇ ਸਰੀਰ ਹਨ, ਇਹ ਇੱਕੋ ਸਮੇਂ ਸਾਰਿਆਂ ਥਾਵਾਂ ਤੇ ਦਰਸ਼ਨ ਨਹੀਂ ਹੋ ਸਕਦਾ। ਤੇ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ, ਉੱਤਮ ਹੈ ਸਭ ਥਾਨ ਰਹਿ। ਇਹ ਗੁਰਾਂ ਦਾ ਹਿਰਦਾ ਹੈ, ਇਹ ਸਭ ਤੋਂ ਸ੍ਰੇਸ਼ਟ ਹੈ, ਸਰੀਰਾਂ ਨਾਲੋਂ ਉੱਤੇ ਹੈ। ਇਹ ਅਨੇਕਾਂ ਥਾਵਾਂ ਤੇ ਦਰਸ਼ਨ ਹੋ ਸਕਦੇ ਨੇ। ਜਿੱਥੇ ਮਰਜੀ ਸਿੱਖ ਬੈਠਾ ਗੁਰਬਾਣੀ ਦਾ ਪਾਠ ਕਰ ਰਿਹਾ, ਉਹਦੇ ਅੰਦਰ ਇਹ ਭਾਵਨਾ ਚਾਹੀਦੀ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਸਤਿਗੁਰਾਂ ਨੇ ਦਸਾਂ ਜਾਮਿਆਂ 'ਚ ਸਿੱਧ ਕੀਤਾ ਕਿ ਅਸੀਂ ਸ਼ਬਦ ਰੂਪ ਹਾਂ, ਅਸੀਂ ਸਰੀਰ ਰੂਪ ਨਹੀਂ ਹਾਂ। ਸਰੀਰ ਜੰਮਦੇ ਮਰਦੇ ਰਹਿੰਦੇ, ਬਦਲਦੇ ਰਹਿੰਦੇ ਨੇ, ਖਤਮ ਹੁੰਦੇ ਰਹਿੰਦੇ ਆ, ਫਿਰ ਪੈਦਾ ਹੁੰਦੇ ਰਹਿੰਦੇ ਨੇ। ਪਰ ਜਿਹੜੀ ਆਤਮਾ ਹੈ, ਜੋਤ ਹੈ, ਉਹ ਕਦੇ ਖਤਮ ਨਹੀਂ ਹੁੰਦੀ। ਇਹ ਸਿੱਧ ਕੀਤਾ। ਔਰ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ, ਪੂਜੋ ਚੰਦਨ ਕੇਸਰ ਕੋ ਘਾਸ, ਧੂਪ ਤੁਖਾਏ